ਇਹਦੀ ਪੁਰਾਤਨਤਾ ਮੈਂ ਤੁਹਾਨੂੰ ਦੱਸਾਂ। ਇਸ ਪਾਸੇ ਇੱਥੇ ਸਰੋਵਰ ਹੁੰਦਾ ਸੀ ਔਰ ਆਹ ਸਾਰਾ ਏਰੀਆ ਜਿਹੜਾ ਹੈ ਨਾ, ਇੱਥੇ ਬਾਗ ਹੁੰਦਾ ਸੀ ਔਰ ਇਤਿਹਾਸ ਦੇ ਵਿੱਚ ਵੀ ਲਿਖਿਆ ਹੋਇਆ ਸੂਰਜ ਪ੍ਰਕਾਸ਼ ਦੇ ਵਿੱਚ। ਅਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸੀਸ ਦਾ ਸਤਿਕਾਰ ਜਿਹੜਾ ਬਾਗ ਵਿੱਚ ਹੋਇਆ ਸੀ। ਜੋ ਕੁਛ ਮੈਂ ਅਨੰਦਪੁਰ ਸਾਹਿਬ ਦੇਖਿਆ ਹੋਇਆ ਉਹ ਅੱਜ ਹੈ ਹੀ ਨਹੀਂ। ਆਹ ਸਾਰੇ ਅਸਥਾਨ ਜਿਹੜੇ ਆ ਨਾ, ਸਭ ਤੋਂ ਪਹਿਲਾਂ ਨੁਕਸਾਨ ਜਿਹੜਾ ਹੈ ਉਹ ਆਨੰਦਗੜ੍ਹ ਸਾਹਿਬ ਦਾ ਹੋਇਆ। ਜੋ ਆਨੰਦਗੜ੍ਹ ਸਾਹਿਬ ਪਹਿਲਾਂ ਸੀ ਅੱਜ ਹੈ ਨਹੀਂ। ਔਰ ਸਾਰੇ ਅਨੰਦਪੁਰ ਸਾਹਿਬ ਦੇ ਵਿੱਚ ਕੋਈ ਵੀ ਵਸਣ ਵਾਲਾ ਜਿਹੜਾ ਉਹ ਚੁਬਾਰਾ ਨਹੀਂ ਸੀ ਪਾਉਂਦਾ ਹੁੰਦਾ ਕਿ ਜਦੋਂ ਤੱਕ ਗੁਰੂ ਤੇਗ ਬਹਾਦਰ ਸਾਹਿਬ ਦਾ ਅਸਥਾਨ ਜਿਹੜਾ ਹੈ ਉਹ ਸਿੰਗਲ, ਅਸੀਂ ਚੁਬਾਰਾ ਨਹੀਂ ਪਾਉਣਾ। ਕੇਸਗੜ੍ਹ ਸਾਹਿਬ ਦੀ ਪੁਰਾਤਨਤਾ ਵੀ ਖਤਮ ਹੋ ਚੁੱਕੀ ਹੈ। ਆਲੇ ਦੁਆਲੇ ਸਾਰੇ ਹੀ ਜੰਗਲ ਹੀ ਜੰਗਲ ਹੁੰਦਾ ਸੀ, ਜਿਸ ਜੰਗਲ ਦੇ ਵਿੱਚ ਅਸੀਂ ਜੰਮੇ ਪਲੇ ਹਾਂ। ਇਸੇ ਤਰ੍ਹਾਂ ਆਨੰਦਗੜ੍ਹ ਸਾਹਿਬ ਦੀ ਪੁਰਾਤਨਤਾ ਸਭ ਤੋਂ ਪਹਿਲਾਂ ਖਤਮ ਹੋਈ। ਮੈਂ ਅਮਰੀਕਾ ਦੇ ਵਿੱਚ ਬਤੀਤ ਕਰਕੇ ਆਇਆ, ਉਹ ਉੱਥੇ ਪੁਰਾਤਨ ਤੋਂ ਪੁਰਾਤਨ ਗਿਰਜੇ ਜਿਹੜੇ ਬਣੇ ਹੋਏ ਨਾ, ਉਹ ਮੈਂ ਆਪਣੇ ਅੱਖੀਂ ਦੇਖੇ ਨੇ। ਔਰ ਉਹ ਗਿਰਜੇ ਜਿਹੜੇ ਮਾਰਬਲ ਦੇ ਨਹੀਂ ਬਣੇ ਹੋਏ, ਨਾ ਉਹ ਇੱਟਾਂ ਦੇ ਬਣੇ ਹੋਏ, ਲੱਕੜਾਂ ਦੇ ਬਣੇ ਹੋਏ ਗਿਰਜੇ ਆ ਉੱਥੇ। ਸਾਫ਼ ਗੱਲਾਂ ਕਰਨੀਆਂ ਚਾਹੀਦੀਆਂ ਨੇ। ਮੈਨੂੰ ਇਸੇ ਕਰਕੇ ਕੇਸਗੜ੍ਹ ਸਾਹਿਬ ਵਾਲੇ ਕਦੇ ਟਾਈਮ ਨਹੀਂ ਦਿੰਦੇ ਸਟੇਜ ਦੇ ਉੱਤੇ, ਕਿਉਂਕਿ ਮੈਂ ਸਾਫ਼ ਗੱਲ ਕਰ ਦਿੰਦਾ। ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣੇ ਗੱਲ ਚੱਲੀ ਸੀ ਕਿ ਪੁਰਾਤਨਤਾ ਕਾਇਮ ਰੱਖਣੀ ਚਾਹੀਦੀ ਹੈ। ਮੇਰੀ ਉਮਰ ਇਸ ਵੇਲੇ 81 ਸਾਲ ਹੈ। ਜੋ ਕੁਛ ਮੈਂ ਅਨੰਦਪੁਰ ਸਾਹਿਬ ਦੇਖਿਆ ਹੋਇਆ ਉਹ ਅੱਜ ਹੈ ਹੀ ਨਹੀਂ। ਆਹ ਸਾਰੇ ਅਸਥਾਨ ਜਿਹੜੇ ਆ ਨਾ, ਸਭ ਤੋਂ ਪਹਿਲਾਂ ਨੁਕਸਾਨ ਜਿਹੜਾ ਹੈ ਉਹ ਆਨੰਦਗੜ੍ਹ ਸਾਹਿਬ ਦਾ ਹੋਇਆ। ਜੋ ਆਨੰਦਗੜ੍ਹ ਸਾਹਿਬ ਪਹਿਲਾਂ ਸੀ ਅੱਜ ਹੈ ਨਹੀਂ ਔਰ ਲੱਭਦਾ ਨਹੀਂ। ਵੈਸੇ ਮੀਡੀਆ ਦੇ ਵਿੱਚ ਹੈਗੀ ਉਹਦੀ ਸ਼ਕਲ, ਮੀਡੀਆ ਦੇ ਵਿੱਚ ਸ਼ਕਲ ਹੈਗੀ ਉਹਦੀ। ਔਰ ਉਸੇ ਤਰ੍ਹਾਂ ਮੈਂ ਦੇਖਿਆ ਥੋੜ੍ਹੇ ਦਿਨ ਪਹਿਲਾਂ ਹੀ। ਪਰ ਆਹ ਜਿਹੜਾ ਸੀਸਗੰਜ ਸਾਹਿਬ ਹੈ, ਇੱਥੇ ਇੱਕ ਰਵਾਇਤ ਸੀ ਕਿ ਇਹਦੀ ਸਿੰਗਲ ਬਿਲਡਿੰਗ ਇਹ ਸੀ। ਆਹ ਹੇਠਲੀ ਬਿਲਡਿੰਗ ਇਹ ਸੀ, ਉੱਤੇ ਜਿਹੜਾ ਗੁੰਬਦ ਬਣਿਆ ਹੋਇਆ ਉਹ ਕੋਈ ਨਹੀਂ ਸੀ। ਔਰ ਸਾਰੇ ਅਨੰਦਪੁਰ ਸਾਹਿਬ ਦੇ ਵਿੱਚ ਕੋਈ ਵੀ ਵਸਣ ਵਾਲਾ ਜਿਹੜਾ ਉਹ ਚੁਬਾਰਾ ਨਹੀਂ ਸੀ ਪਾਉਂਦਾ ਹੁੰਦਾ ਕਿ ਜਦੋਂ ਤੱਕ ਗੁਰੂ ਤੇਗ ਬਹਾਦਰ ਸਾਹਿਬ ਦਾ ਅਸਥਾਨ ਜਿਹੜਾ ਹੈ ਉਹ ਸਿੰਗਲ, ਅਸੀਂ ਚੁਬਾਰਾ ਨਹੀਂ ਪਾਉਣਾ। ਇੱਥੇ ਸੋਢੀ ਬਿਕਰਮ ਸਿੰਘ ਹੁਣੀ ਬੈਠੇ ਹੋਏ ਨੇ, ਇਹਨਾਂ ਗੱਲਾਂ ਦਾ ਇਹਨਾਂ ਨੂੰ ਵੀ ਪਤਾ ਹੈ। ਅੱਛਾ, ਪੁਰਾਤਨਤਾ ਜੇ ਲੱਭਣੀ ਹੈ, ਇਹਨਾਂ ਦੀ ਬਿਲਡਿੰਗ ਜਾ ਕਰਕੇ ਦੇਖ ਲਓ। ਨਾਲ ਹੀ ਇੱਕ ਆਪਣੇ ਸੀਸਗੰਜ ਸਾਹਿਬ ਦੇ ਵੀ ਉੱਥੇ ਕਿਤਨੀ ਪੁਰਾਤਨਤਾ ਹੈ। ਇਹਦੀ ਪੁਰਾਤਨਤਾ ਮੈਂ ਤੁਹਾਨੂੰ ਦੱਸਾਂ। ਇਸ ਪਾਸੇ ਇੱਥੇ ਸਰੋਵਰ ਹੁੰਦਾ ਸੀ ਔਰ ਆਹ ਸਾਰਾ ਏਰੀਆ ਜਿਹੜਾ ਹੈ ਨਾ, ਇੱਥੇ ਬਾਗ ਹੁੰਦਾ ਸੀ ਔਰ ਇਤਿਹਾਸ ਦੇ ਵਿੱਚ ਵੀ ਲਿਖਿਆ ਹੋਇਆ ਸੂਰਜ ਪ੍ਰਕਾਸ਼ ਦੇ ਵਿੱਚ। ਅਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸੀਸ ਦਾ ਸਤਿਕਾਰ ਜਿਹੜਾ ਬਾਗ ਵਿੱਚ ਹੋਇਆ ਸੀ। ਔਰ ਅਸੀਂ ਛੋਟੇ ਹੁੰਦਿਆਂ ਤੱਕ ਇੱਥੇ ਬਾਗ ਦੇਖਦੇ ਰਹੇ ਹਾਂ। ਆਹ ਸਾਰਾ ਬਾਗ ਦਾ ਹੀ ਏਰੀਆ ਸੀ, ਕੋਈ ਇੱਥੇ ਬਿਲਡਿੰਗ ਨਹੀਂ ਸੀ ਹੁੰਦੀ। ਇਸ ਏਰੀਏ ਦੇ ਵਿੱਚ ਥੋੜ੍ਹੀ ਜਿਹੀ ਜਗ੍ਹਾ ਦੇ ਵਿੱਚ ਹੈਡ ਗ੍ਰੰਥੀ ਸਾਹਿਬ ਦੇ ਰਹਿਣ ਵਾਸਤੇ ਜਾਂ ਗ੍ਰੰਥੀ ਸਿੰਘਾਂ ਦੇ ਰਹਿਣ ਵਾਸਤੇ, ਔਰ ਉੱਥੇ ਉਹ ਡੇਢੀ ਦੇ ਅਰਲੇ ਪਾਸੇ ਕਮਰੇ ਹੁੰਦੇ ਸੀ ਜਿੱਥੇ ਗ੍ਰੰਥੀ ਸਾਹਿਬ ਜਿਹੜੇ ਪੁਰਾਤਨ ਗ੍ਰੰਥੀ ਅਸੀਂ ਦੇਖੇ ਹੋਏ ਆ। ਭਾਈ ਲਛਮਣ ਸਿੰਘ ਹੋਣੀ, ਬੜਾ ਅਰਸਾ ਉਹਨਾਂ ਨੇ 50 ਸਾਲ ਦੇ ਕਰੀਬ ਇੱਥੇ ਸੇਵਾ ਕੀਤੀ ਹੈ। ਬੜਾ ਤਕੜਾ ਸਰੀਰ ਸੀ ਉਹਨਾਂ ਦਾ। ਔਰ ਆਪ ਉਹ ਇਸ ਖੂਹੀ ਦੇ ਵਿੱਚੋਂ, ਆਹ ਪੁਰਾਤਨ ਖੂਹੀ ਹੈ ਜਿਹੜੀ ਅਕਾਲ ਬੁੰਗੇ ਦੇ ਨਾਲ ਹੈ, ਇਹਦੇ ਵਿੱਚੋਂ ਪਾਣੀ ਢੋ ਕੇ ਉਹ ਸਾਰੀ ਸੇਵਾ ਕਰਿਆ ਕਰਦੇ ਸਨ। ਔਰ ਕੇਸਗੜ੍ਹ ਸਾਹਿਬ ਦੀ ਪੁਰਾਤਨਤਾ ਵੀ ਖਤਮ ਹੋ ਚੁੱਕੀ ਹੈ। ਕੇਸਗੜ੍ਹ ਸਾਹਿਬ ਦੀ ਪੁਰਾਤਨਤਾ ਦੇਖਣੀ ਹੈ ਤਾਂ ਉਹ ਤੁਸੀਂ ਮਹਾਨ ਕੋਸ਼ ਦੇ ਵਿੱਚ ਦੇਖੋ, ਜਾਂ ਵਿਸਾਖੀ ਦੀ ਸਾਖੀ ਗਿਆਨੀ ਗੁਰਚਰਨ ਸਿੰਘ ਹੋਣੀ ਜਿਹੜੇ ਇੱਥੋਂ ਦੇ ਹੈੱਡ ਗ੍ਰੰਥੀ ਰਹੇ ਨੇ, ਔਰ ਉਹਨਾਂ ਨੇ ਇਹ ਵਿਸਾਖੀ ਦੀ ਸਾਖੀ, ਵਿਸਾਖੀ ਉੱਤੇ ਕੀ ਹੋਇਆ ਸੀ, ਉਹ ਲਿਖੀ ਹੈ ਕਿਤਾਬ। ਉਹਦੇ ਵਿੱਚ ਫੋਟੋਆਂ ਦਿੱਤੀਆਂ ਹੋਈਆਂ ਹਨ ਕੇਸਗੜ੍ਹ ਸਾਹਿਬ ਦੀ ਸੇਵਾ ਤੋਂ ਪਹਿਲਾਂ ਦੀਆਂ। ਇਹ 1935 ਤੋਂ ਲਾ ਕੇ 45 ਤੱਕ
ਕੇਸਗੜ੍ਹ ਸਾਹਿਬ ਦੀ ਨਵੀਂ ਇਮਾਰਤ ਬਣੀ ਹੈ। ਪਹਿਲਾਂ ਇੱਥੇ ਜੇ ਪੁਰਾਤਨਤਾ ਤੁਸੀਂ ਲੱਭੋ, ਕੇਸਗੜ੍ਹ ਸਾਹਿਬ ਦੀ ਨਹੀਂ ਲੱਭਦਾ। ਕੇਵਲ ਇੱਕੋ ਹੀ ਜਿੱਥੇ ਸ਼ਸਤਰ ਰੱਖੇ ਹੋਏ ਹਨ ਉਹੋ ਹੀ ਕਮਰਾ ਹੁੰਦਾ ਸੀ। ਹੋਰ ਕੋਈ ਆਲੇ ਦੁਆਲੇ ਬਹੁਤੇ ਕਮਰੇ ਨਹੀਂ ਸੀ ਹੁੰਦੇ। ਸਿਰਫ ਉੱਚੀ ਜਗ੍ਹਾ ਹੁੰਦੀ ਸੀ ਅਤੇ ਉੱਥੇ ਜਾਣ ਲਈ ਇੱਕ ਮੋਹਰੇ ਤੋਂ ਅਗਲੀਆਂ ਡਿਓੜੀਆਂ ਤੋਂ ਰਸਤਾ ਹੁੰਦਾ ਸੀ, ਇੱਕੋ ਹੀ ਰਸਤਾ ਹੁੰਦਾ ਸੀ। ਇਸੇ ਤਰ੍ਹਾਂ ਆਲੇ ਦੁਆਲੇ ਸਾਰੇ ਹੀ ਜੰਗਲ ਹੀ ਜੰਗਲ ਹੁੰਦਾ ਸੀ, ਜਿਸ ਜੰਗਲ ਦੇ ਵਿੱਚ ਅਸੀਂ ਜੰਮੇ ਪਲੇ ਹਾਂ। ਇਸੇ ਤਰ੍ਹਾਂ ਆਨੰਦਗੜ੍ਹ ਸਾਹਿਬ ਦੀ ਪੁਰਾਤਨਤਾ ਸਭ ਤੋਂ ਪਹਿਲਾਂ ਖਤਮ ਹੋਈ। ਉਹਦਾ ਜਿਹੜਾ ਪਹਿਲਾ ਆਪਣੇ ਸਰੂਪ ਸੀਗਾ ਦਰਬਾਰ ਦਾ, ਔਰ ਕਿਲੇ ਦੀਆਂ ਢੱਠੀਆਂ ਹੋਈਆਂ ਦੀਵਾਰਾਂ ਉੱਥੇ ਕਾਇਮ ਸੀਗੀਆਂ, ਅਸੀਂ ਦੇਖੀਆਂ, ਅਸੀਂ ਉਹਦੇ ਵਿੱਚ ਖੇਡਦੇ ਰਹੇ ਹਾਂ, ਕਿਉਂਕਿ ਸਾਡੇ ਮੁਹੱਲੇ ਦੇ ਨਾਲ ਇਹ ਸਾਰਾ ਆਨੰਦਗੜ੍ਹ ਸਾਹਿਬ ਹੈ। ਔਰ ਅਨੰਦਪੁਰ ਸਾਹਿਬ ਦਾ ਜਿਹੜਾ ਨਾਂ ਰੱਖਿਆ ਗਿਆ, ਕਿਉਂਕਿ ਉੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਭੰਗਾਣੀ ਦੇ ਯੁੱਧ ਤੋਂ ਬਾਅਦ ਆਨੰਦਗੜ੍ਹ ਸਾਹਿਬ ਦੇ ਪਿਛਲੇ ਸਾਲ ਦੇ ਉੱਤੇ ਜੋ ਅੱਜ ਵੀ ਬਸਤੀ ਹੈ, ਉਸ ਬਸਤੀ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਆਪ ਵਸਾਇਆ ਸੀ। ਉਸ ਬਸਤੀ ਦਾ ਨਾਂ ਆਨੰਦਪੁਰ ਸਾਹਿਬ ਸੀ। ਇਸ ਬਸਤੀ ਦਾ ਨਾਮ ਆਨੰਦਪੁਰ ਸਾਹਿਬ ਨਹੀਂ ਸੀ। ਇਹ ਤਾਂ ਸਮਾਂ ਬਦਲਣ ਦੇ ਨਾਲ ਸਾਰਾ ਕੁਝ ਹੋਇਆ। ਇਹ ਚੱਕ ਗੁਰੂ ਕੇ ਮਹਿਲ ਔਰ ਚੱਕ ਮਾਤਾ ਨਾਨਕੀ ਸੀ। ਔਰ ਇਹ ਚੱਕ ਜਿਹੜਾ ਹੈ ਚੱਕ ਨਗਰ ਤੱਕ ਲੱਗਦਾ ਹੈ, ਉੱਥੇ ਵੀ ਮੇਰਾ ਘਰ ਹੈ। ਚੱਕ ਨਗਰ ਜਿੱਥੇ ਖਤਮ ਹੋ ਜਾਂਦਾ ਨਾ ਮਾਤਾ ਨਾਨਕੀ ਚੱਕ, ਉੱਥੇ ਮੇਰਾ ਘਰ ਹੈ। ਬਿਲਕੁਲ ਇੱਥੇ 1.5 ਕਿਲੋਮੀਟਰ ਬਾਹਰ ਹੈ ਮਾਤਾ ਜੀਤੋ ਜੀ ਦੇ ਸਥਾਨ ਦੇ ਵੱਲ। ਤੋ ਕਿਉਂਕਿ ਸਮਾਂ ਬਹੁਤ ਥੋੜ੍ਹਾ ਹੈ। ਬਾਕੀ ਜਿਹੜੀ ਗੱਲ ਮੈਂ ਸਮਝਣਾ ਚਾਹੁੰਦਾ ਸੀ ਪ੍ਰਬੰਧਕਾਂ ਦੇ ਕੋਲੋਂ, ਕਿਉਂਕਿ ਇੱਥੇ ਉਹ ਕਾਕਾ ਰਜਿੰਦਰ ਸਿੰਘ ਰਾਗੀ ਤਾਰਾ ਸਿੰਘ ਉਹਨਾਂ ਦਾ ਲੜਕਾ ਬੈਠਾ ਸੀ, ਉਹ ਬਹੁਤ ਸ਼ੋਰ ਮਚਾ ਰਿਹਾ ਸੀ ਬੈਠਾ ਹੋਇਆ। ਜਦੋਂ ਭਾਈ ਸਾਹਿਬ ਨੇ ਮੇਰਾ ਨਾਂ ਲਿਆ ਸੀ, ਇਸੇ ਕਰਕੇ ਮੈਂ ਚਾਹੁੰਦਾ ਸੀ ਕਿ ਉਹ ਪਹਿਲਾਂ ਦੱਸ ਦੇਵੇ ਕੀ ਕਹਿਣਾ ਚਾਹੁੰਦਾ, ਤਾਂ ਮੈਂ ਉਹਨੂੰ ਟਾਈਮ ਦਵਾਇਆ ਸੀ ਇੱਥੇ। ਪਰ ਉਹ ਕਿਉਂਕਿ ਉਹਨਾਂ ਦੀ ਜਿਹੜੀ ਗਿਟਮਿਟ ਕਮੇਟੀ ਵਾਲਿਆਂ ਨਾਲ ਹੋਈ ਸੀ, ਉਹਦੇ ਹਿਸਾਬ ਦੇ ਨਾਲ ਉਹਨੇ ਗੱਲ ਕਰਕੇ ਇਹ ਸਾਰੀ ਗੱਲ ਹੀ ਰੋਲ ਕੇ ਰੱਖ ਦਿੱਤੀ। ਸਾਫ਼ ਗੱਲਾਂ ਕਰਨੀਆਂ ਚਾਹੀਦੀਆਂ ਨੇ। ਮੈਨੂੰ ਇਸੇ ਕਰਕੇ ਕੇਸਗੜ੍ਹ ਸਾਹਿਬ ਵਾਲੇ ਕਦੇ ਟਾਈਮ ਨਹੀਂ ਦਿੰਦੇ ਸਟੇਜ ਦੇ ਉੱਤੇ, ਕਿਉਂਕਿ ਮੈਂ ਸਾਫ਼ ਗੱਲ ਕਰ ਦਿੰਦਾ। ਜਾਣਦੇ ਨੇ ਮੈਂ ਸੁਰਿੰਦਰ ਸਿੰਘ ਪ੍ਰਿੰਸੀਪਲ ਦਾ ਵੱਡਾ ਭਾਈ ਹਾਂ, ਔਰ ਮੈਂ 60 ਸਾਲ ਗੁਰਦੁਆਰਿਆਂ ਦੀ ਸੇਵਾ ਹੀ ਕੀਤੀ ਹੈ। 30 ਸਾਲ ਮੈਂ ਅਮਰੀਕਾ ਦੇ ਵਿੱਚ ਬਤੀਤ ਕਰਕੇ ਆਇਆ। ਮੈਂ ਸਿਟੀਜ਼ਨ ਹਾਂ ਅਮਰੀਕਾ ਦਾ, ਪਰ ਮੇਰੀ ਜਨਮ ਨਗਰੀ ਹੈ, ਇਹਨੂੰ ਮੈਂ ਛੱਡ ਨਹੀਂ ਸਕਦਾ। ਭਾਵੇਂ ਮੇਰਾ ਇੱਥੇ ਕਾਫੀ ਜਾਨੀ ਮਾਲੀ ਨੁਕਸਾਨ ਹੋਇਆ, ਪਰ ਮੈਂ ਕਿਉਂਕਿ ਇੱਥੋਂ ਦਾ ਜੰਮ ਪਾਲਿਆ, ਮੈਂ ਚਾਹੁੰਦਾ ਮੈਂ ਇਹਦੇ ਨਾਲ ਜੁੜਿਆ ਰਹਾਂ। ਸੋ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਦੂਸਰੀ ਗੱਲ ਜਿਹੜੀ ਹੈ ਵੀ ਇਹਦੀ ਜਿਹੜੀ ਪੁਰਾਤਨਤਾ ਹੈ ਅੰਦਰਲੀ ਬਿਲਡਿੰਗ ਦੇ ਵਿੱਚ ਹੈ, ਬਾਹਰਲੀ ਬਿਲਡਿੰਗ ਦੇ ਵਿੱਚ ਪੁਰਾਤਨਤਾ ਨਹੀਂ ਹੈ। ਬਾਹਰਲੀ ਜਿਹੜੀ ਚਾਰ ਦੀਵਾਰੀ ਹੈ ਨਾ, ਅੰਦਰਲੀ ਬਿਲਡਿੰਗ ਤੋਂ ਬਾਹਰ ਉਹ ਬਾਅਦ ਦੇ ਵਿੱਚ ਬਣੀ ਹੋਈ ਹੈ। ਇਸੇ ਕਰਕੇ ਉਹ ਬੋਦੀ ਹੋ ਗਈ ਹੈ। ਉੱਥੇ ਉਂਗਲ ਮਾਰ ਕੇ ਦੇਖੋ, ਤੁਹਾਨੂੰ ਉਹ ਦੀਵਾਰ ਜਿਹੜੀ ਹੈ ਬੋਲਦੀ ਨਜ਼ਰ ਆਏਗੀ, ਬੋਲਦੀ ਸੁਣੇਗੀ। ਇਸ ਕਰਕੇ ਇਹਨਾਂ ਨੇ ਉਦੋਂ ਕਰ ਲਿਆ ਵੀ ਚਲੋ ਇਹਨੂੰ ਬਦਲੀ ਕਰ ਲਈਏ ਜੋ ਕੁਛ ਵੀ ਹੈ। ਪਰ ਜਿਹੜਾ ਇਹਦਾ ਪਿਛੋਕੜ ਹੈਗਾ ਉਹ ਤਾਂ ਗੁਰੂ ਜਾਣਦਾ ਜਾਂ ਤੁਹਾਡੇ ਵਰਗੇ ਸੁਹਿਰਦ ਲੋਕ ਜਾਣਦੇ ਹਨ ਕਿ ਇਹਦੇ ਪਿੱਛੇ ਕੀ ਸਾਜ਼ਿਸ਼ ਕੰਮ ਕਰ ਰਹੀ ਹੈ। ਸੋ ਉਹਨਾਂ ਸਾਜ਼ਿਸ਼ਾਂ ਤੋਂ ਬਚਣ ਦੇ ਵਾਸਤੇ ਸਾਡਾ ਆਪਣਾ ਏਕਾ ਹੋਣਾ ਚਾਹੀਦਾ ਹੈ। ਜੇ ਸਾਡਾ ਏਕਾ ਨਾ ਹੋਇਆ ਤਾਂ ਇਹ ਕਦੇ ਵੀ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੁਲਾਜ਼ਮ ਹੈ ਉਹ ਸਾਡੀ ਸ਼ਹਿਰ ਵਾਸੀਆਂ ਦੀ ਕੋਈ ਪੇਸ਼ ਨਹੀਂ ਜਾਣ ਦੇਣਗੇ, ਕਿਉਂਕਿ ਮੈਂ ਏਕਾਸੀ ਖਾਲਸਾ ਇਹਨਾਂ ਦਾ ਹਾਲ ਦੇਖ ਰਿਹਾ। 60 ਸਾਲ ਮੈਂ ਅਨੰਦਪੁਰ ਸਾਹਿਬ ਤੋਂ ਦੂਰ ਹੀ ਰਿਹਾ। 30 ਸਾਲ ਮੈਂ ਆਪਣੇ ਇੰਡੀਆ ਦੇ ਵਿੱਚ ਵੱਖ-ਵੱਖ ਸਥਾਨਾਂ ਦੇ ਉੱਤੇ ਸੇਵਾ ਕਰਦਾ। 30 ਸਾਲ ਮੈਂ ਅਮਰੀਕਾ ਦੇ ਵਿੱਚ ਬਤੀਤ ਕਰਕੇ ਆਇਆ। ਉਹ ਉੱਥੇ ਪੁਰਾਤਨ ਤੋਂ ਪੁਰਾਤਨ ਗਿਰਜੇ ਜਿਹੜੇ ਬਣੇ ਹੋਏ ਨਾ, ਉਹ ਮੈਂ ਆਪਣੇ ਅੱਖੀਂ ਦੇਖੇ ਨੇ। ਔਰ ਉਹ ਗਿਰਜੇ ਜਿਹੜੇ ਮਾਰਬਲ ਦੇ ਨਹੀਂ ਬਣੇ ਹੋਏ, ਨਾ ਉਹ ਇੱਟਾਂ ਦੇ ਬਣੇ ਹੋਏ, ਲੱਕੜਾਂ ਦੇ ਬਣੇ ਹੋਏ ਗਿਰਜੇ ਆ ਉੱਥੇ। ਔਰ ਉਹਨਾਂ ਦੇ ਉੱਤੇ ਬਾਕਾਇਦਾ ਸਾਨੇ ਲਿਖੇ ਹੋਏ ਹਨ। ਗੁਰੂ ਨਾਨਕ ਸਾਹਿਬ ਦੇ ਜ਼ਮਾਨੇ ਦੀਆਂ, ਗੁਰੂ ਅਰਜਨ ਸਾਹਿਬ ਦੇ ਜ਼ਮਾਨੇ ਦੀਆਂ ਬਿਲਡਿੰਗਾਂ ਉੱਥੇ ਗਿਰਜਿਆਂ ਦੀਆਂ ਖਲੋਤੀਆਂ ਨੇ, ਉਹਨਾਂ ਨੂੰ ਸੇਫ ਕੀਤਾ ਹੋਇਆ ਹੈ। ਸੋ ਇਹ ਸਾਰਾ ਕੁਝ ਜਿਹੜਾ ਹੈ ਅੱਜ ਦੀ ਸਾਡੀ ਔਲਾਦ ਜਾਂ ਸਾਡੇ ਅੱਗੇ ਜਿਹੜੇ ਵੀ ਪੜ੍ਹੇ ਲਿਖੇ ਹਨ, ਉਹਨਾਂ ਦੀ ਲਾਈਨ ਦੇ ਉੱਤੇ ਉਹਨਾਂ ਨੂੰ ਦੇਖ ਕੇ ਹੀ ਚਾਹੁੰਦੇ ਹਨ ਕਿ ਸਾਡੀ ਪੁਰਾਤਨਤਾ ਕਾਇਮ ਰਹੇ, ਤਾਂ ਕਿ ਉਹ ਪੁਰਾਤਨਤਾ ਦੇ ਨਾਲ ਅਸੀਂ ਗੁਰੂ ਕੇ ਇਤਿਹਾਸ ਨਾਲ ਜੁੜੇ ਰਹੀਏ। ਔਰ ਗੁਰੂ ਦੀਆਂ ਉਹ ਜਿਹੜੀਆਂ ਨਿਸ਼ਾਨੀਆਂ ਹਨ
ਉਹ ਸਾਡੇ ਧਰਮ ਨੂੰ ਉਜਾਗਰ ਕਰਦੀਆਂ ਰਹਿਣਗੀਆਂ। ਤਾਂ ਮੈਂ ਇਹਦੇ ਲਈ ਪਹਿਰਾ ਜਿਹੜੇ ਦੇਣਾ ਤਾਂ ਇਹ ਨਹੀਂ ਵੀ ਦੋ ਚਾਰ ਵੇਰ ਇਕੱਠੇ ਹੋ ਕੇ ਇੱਥੋਂ ਟੁਰ ਕੇ ਚਲ ਜਾਇਓ ਅਤੇ ਕੋਈ ਨਿੱਘਰ ਜੱਦੋ ਜਹਿਦ ਕਰਨ ਤੋਂ ਰਹਿ ਜਾਈਏ। ਨਿੱਘਰ ਜੱਦੋ ਜਹਿਦ ਕਰਨ ਦੇ ਵਾਸਤੇ ਹੀ ਕੋਈ ਕਦਮ ਚੁੱਕੇ ਜਾਣੇ ਚਾਹੀਦੇ ਹਨ, ਤਾਂ ਹੀ ਇਹ ਸਾਡੀ ਪੁਰਾਤਨਤਾ ਦਾ ਬਚਾਅ ਹੋ ਸਕਦਾ ਹੈ। ਇਤਨੀਆਂ ਬੇਨਤੀਆਂ ਕਰਕੇ ਖੇਮਾ ਦੇ ਜਾਚਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।